ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਬਾਦਸ਼ਾਹ ਨੇ ਆਛੀ ਮਨ। ਬਾਦਸ਼ਾਹ ਦੇ ਪਾਸੋਂ ਇਹ ਖਬਰ ਸੁਣੀ ਹੈ ਤੇ ਸਾਰਿਆਂ ਨੇ ਆਖਿਆ ਬਾਦਸ਼ਾਹ ਜੀ ਠੀਕ ਆ, ਜਿਵੇਂ ਤੁਸੀਂ ਦੱਸਦੇ ਹੋ ਵੀ ਰਾਤ ਦੇ ਸਮੇਂ ਤੁਹਾਨੂੰ ਡਰ ਲੱਗਦਾ ਹੈ, ਇਹਦੇ ਤੋਂ ਛੁਟਕਾਰੇ ਪਾਉਣ ਵਾਸਤੇ ਕੋਈ ਯਤਨ ਕਰਨਾ ਚਾਹੀਦਾ ਹੈ। ਪਾਠ ਪੜ ਨਰ ਤਬੀਤ ਗਣ ਆਨੇ। ਸਾਰੇ ਸ਼ਹਿਰ ਦੇ ਵਿੱਚ ਇਹ ਢੰਡੋਰਾ ਦਿੱਤਾ ਜਾਏ, ਜਿਹੜੇ ਹੱਥ ਦੀ ਨਬਜ਼ ਦੇਖ ਸਕਦੇ ਹੋਣ, ਸਰੀਰ ਦੀ ਬਿਮਾਰੀ ਦੀ ਪਕੜ ਕਰ ਸਕਦੇ ਹੋਣ, ਉਹਨਾਂ ਮਨੁੱਖਾਂ ਨੂੰ ਬੁਲਾਉਣ ਵਾਸਤੇ। ਸਭ ਕੋ ਕਰਨਾਰੀ ਦਿਖ ਰਾਵੇ। ਤੇ ਇਸੇ ਤਰ੍ਹਾਂ ਉਹ ਮਨੁੱਖ ਹੱਥ ਦੀ ਜਿਹੜੀ ਨਬਜ਼ ਵੇਖ ਸਕਦੇ ਆ, ਜਿਵੇਂ ਪਹਿਲੇ ਸਮਿਆਂ 'ਚ ਅੱਜ ਥਰਮਾਮੀਟਰ ਆ, ਵੈਦ ਹਕੀਮ ਬੰਦੇ ਦੀ ਬਿਮਾਰੀ ਬਾਰੇ ਪਤਾ ਕਰਦੇ ਸਨ, ਵੀ ਉਹਨਾਂ ਨੂੰ ਬੁਲਾ ਕੇ ਤੇ ਇਹਦੇ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ। ਬਿਤ ਹੈ ਜਾਮਨੀ ਤਥਾ ਬਤਾਵੇ। ਤੇ ਜਿਵੇਂ ਰਾਤ ਜਿਹੜੀ ਆ ਸੌਖੀ ਲੰਘ ਜਾਏ, ਕਿਉਂਕਿ ਰਾਤ ਦੇ ਸਮੇਂ ਬਾਦਸ਼ਾਹ ਡਰਦਾ ਹੈ, ਇਸ ਢੰਗ ਦੇ ਨਾਲ ਉਹਦਾ ਇਲਾਜ ਕੀਤਾ ਜਾਏ, ਜਿਹੜੀ ਰਾਤ ਉਹਦੀ ਸੌਖੀ ਲੰਘ ਜਾਏ। ਸੁਨ ਤਬੀਬ ਕੁਛ ਰੋਗ ਨ ਦੀਕੈ। ਆਏ ਹੋਏ ਹਕੀਮ ਉਹ ਆਉਂਦੇ ਨੇ ਤੇ ਆਣ ਕੇ ਨਬਜ਼ ਵੇਖਦੇ ਆ, ਬਾਦਸ਼ਾਹ ਨੂੰ ਰੋਗ ਕੀ ਆ, ਬਿਮਾਰੀ ਕੀ ਆ, ਇਸ ਬਾਰੇ ਇਹਨਾਂ ਵੈਦਾਂ ਹਕੀਮਾਂ ਨੂੰ ਕੋਈ ਪਤਾ ਨਹੀਂ ਲੱਗਦਾ ਹੈ। ਚਰਨ ਤੇ ਬਿਸਮਾਈ ਵਸ਼ਿਖੈ। ਜਦੋਂ ਖਬਰ ਸੁਣਦੇ ਆ ਬਾਦਸ਼ਾਹ ਦੇ ਮੂੰਹੋਂ ਵੀ ਰਾਤ ਦੇ ਸਮੇਂ ਦੋ ਵੱਡੇ ਵੱਡੇ ਸ਼ੇਰ ਆਉਂਦੇ ਆ, ਇਹ ਗੱਲ ਸੁਣ ਕੇ ਤੇ ਨਜ਼ੂਮੀ ਜਿਹੜੇ ਵੈਦ ਹਕੀਮ ਆ ਬੜੇ ਹੈਰਾਨ ਹੁੰਦੇ ਹਨ। ਨਹੀਂ ਅਕਲ ਮਹਿ ਕੁਛ ਬਣ ਆਵੇ। ਉਹ ਕਹਿੰਦੇ ਨੇ ਵੀ ਸਾਡੀ ਤੇ ਅਕਲ ਕੋਈ ਕੰਮ ਨਹੀਂ ਕਰਦੀ, ਸਾਡੀ ਬੁੱਧੀ ਕੋਈ ਕੰਮ ਨਹੀਂ ਕਰਦੀ, ਭਾਵ ਸਾਨੂੰ ਕੋਈ ਸਮਝ ਨਹੀਂ ਪੈਂਦੀ ਹੈ। ਤਉ ਬਾਦਸ਼ਾਹ ਕੋ ਕਹੈ ਪਰਚਾਵੇ। ਬਾਦਸ਼ਾਹ ਦੇ ਨਾਲ ਗੱਲਾਂ ਤੇ ਕਰਦੇ ਨੇ, ਉਹਨੂੰ ਹੌਸਲਾ ਦਿੰਦੇ ਆ, ਦਿਲਾਸਾ ਦਿੰਦੇ ਆ ਵੀ ਹੁਣ ਤੈਨੂੰ ਕੋਈ ਡਰ ਨਹੀਂ ਲੱਗੂਗਾ। ਐਵੇਂ ਬਾਹਰੋਂ ਫੋਕਟ ਗੱਲਾਂ ਕਰ ਕਰਕੇ ਸਿਰਫ ਬਾਦਸ਼ਾਹ ਦਾ ਪਰਚਾਵਾ ਹੀ ਕਰਦੇ ਹਨ। ਤਬ ਤਬੀਬ ਬਣ ਭਾਈ ਜੇਠਾ ਗਇਓ। ਹੁਣ ਪਹਿਲਾਂ ਕਾਫੀ ਵੈਦ ਹਕੀਮ ਤੇ ਨਜ਼ੂਮੀ ਆਏ, ਪਰ ਬਾਦਸ਼ਾਹ ਦੀ ਕੋਈ ਤਸੱਲੀ ਨਹੀਂ ਹੋਈ। ਹੁਣ ਭਾਈ ਜੇਠਾ ਸਾਹਿਬ, ਕਿਉਂਕਿ ਹੋਕਾ ਦਿੱਤਾ ਗਿਆ ਸੀ ਵੀ ਜਿੰਨੇ ਵੀ ਨਜ਼ੂਮੀ ਆ ਉਹ ਆ ਜਾਓ, ਜਾਂ ਵੈਦ ਹਕੀਮ ਡਾਕਟਰ ਜਾਂ ਜਿਹੜੇ ਸਿਆਣੇ ਮਨੁੱਖ ਕੋਈ ਵੀ ਆਏ ਤੇ ਆਣ ਕੇ ਬਾਦਸ਼ਾਹ ਦਾ ਇਲਾਜ ਕਰੇ। ਇਸੇ ਤਰ੍ਹਾਂ ਹੁਣ ਭਾਈ ਜੇਠਾ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਦੇ ਸਿੱਖ, ਇਹ ਵੀ ਮਾਨੋ ਕਿ ਹਕੀਮ ਵੈਦ ਬਣ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਗਏ ਹਨ। ਬਹੁ ਮੁੱਲ ਪਟ ਤਨ ਪਰ ਲਿਓ। ਤੇ ਉਸ ਵੇਲੇ ਭਾਈ ਜੇਠਾ ਜੀ ਜਦੋਂ ਇਹ ਹਕੀਮ ਬਣ ਕੇ ਜਾਂਦੇ ਨੇ ਤੇ ਬਹੁਤ ਕੀਮਤੀ ਬਸਤਰ ਇਹਨਾਂ ਨੇ ਆਪਣੇ ਤਨ ਉੱਤੇ ਪਾਏ ਹਨ। ਗਾਣ ਉਮਰਾਵ ਖਰੇ ਕਰ ਜੋਰੇ। ਤੇ ਜਿਹੜੇ ਦਰਬਾਰੀ ਆ, ਜਿਹੜੇ ਸਰਕਾਰੀ ਨੌਕਰ ਚਾਕਰ ਆ, ਉਹ ਵੀ ਮਾਨੋ ਜਿਵੇਂ ਹੱਥ ਜੋੜ ਕੇ ਖੜੇ ਹਨ। ਗਾਣ ਸਿਆਣ ਬੈਠੇ ਇੱਕ ਓਰੇ। ਇੱਕ ਪਾਸੇ ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਆ, ਉਹ ਲੋਕ ਵੀ ਬਾਦਸ਼ਾਹ ਦੇ ਦਰਬਾਰ ਵਿੱਚ ਉਹਦੇ ਇਲਾਜ ਵਾਸਤੇ ਇੱਕ ਪਾਸੇ ਬੈਠੇ ਹਨ। ਕਿਨਹੁ ਕੀਨ ਨਾ ਖਾਤਰ ਜਮਾ। ਤੇ ਕਿਸੇ ਨੇ ਵੀ ਹੱਥ ਦੀ ਨਬਜ਼ ਵੇਖ ਕੇ ਬਾਦਸ਼ਾਹ ਦੇ ਰੋਗ ਦੇ ਬਾਰੇ ਕੁਝ ਦੱਸਿਆ ਨਹੀਂ, ਭਾਵ ਕਿਸੇ ਨੂੰ ਕੋਈ ਸਮਝ ਨਹੀਂ ਪਈ ਹੈ। ਬਾਦਸ਼ਾਹ ਹਿਰਦੇ ਡਰ ਸੰਸੇ ਜਮਾ। ਬਾਦਸ਼ਾਹ ਦਾ ਬਹੁਤ ਡਰ ਵੱਧ ਗਿਆ ਹੈ। ਜਹਾਂਗੀਰ ਬਾਦਸ਼ਾਹ ਜਦੋਂ ਆਪਣੇ ਰਾਤ ਬਾਰੇ ਸੋਚਦਾ ਹੈ, ਇਹਦੇ ਮਨ ਵਿੱਚ ਬੜੀ ਘਬਰਾਹਟ ਪੈਦਾ ਹੁੰਦੀ ਹੈ। ਦੇਖ ਭਲੋ ਨਰ ਸਭ ਸਨਮਾਨਾ। ਤੇ ਸਾਰੇ ਮਨੁੱਖਾਂ ਨੇ ਜਦੋਂ ਵੇਖਿਆ ਵੀ ਭਾਈ ਜੇਠਾ ਕੋਈ ਭਲਾ ਪੁਰਸ਼ ਆ, ਕੋਈ ਚੰਗਾ ਮਨੁੱਖ ਜਾਪਦਾ,
ਸਾਰਿਆਂ ਨੇ ਇਸ ਦਾ ਬੜਾ ਸਨਮਾਨ ਕੀਤਾ ਹੈ। ਭਾਈ ਜੇਠਾ ਗਇਓ ਨਿਕਟ ਤਿਸ ਥਾਨ, ਭਾਈ ਜੇਠਾ ਸਾਹਿਬ ਵੀ ਉਸ ਥਾਂ ਤੇ ਪਹੁੰਚ ਗਏ ਆ ਜਿਸ ਥਾਂ ਤੇ ਬਾਦਸ਼ਾਹ ਵੱਖ-ਵੱਖ ਨਜੂਮੀਆਂ ਦੇ ਪਾਸੋਂ ਆਪਣੇ ਡਰ ਦੇ ਬਾਰੇ ਖਬਰਸਾਰ ਪੁੱਛਦਾ ਦੱਸਦਾ ਹੈ। ਬਾਦਸ਼ਾਹ ਬਾਹ ਆਗੇ ਕਰ ਦੀਨ, ਜਦੋਂ ਭਾਈ ਜੇਠਾ ਸਾਹਿਬ ਜੀ ਬਾਦਸ਼ਾਹ ਦੇ ਮਹੱਲਾਂ ਵਿੱਚ ਪਹੁੰਚਦੇ ਆ ਤੇ ਉਸ ਵੇਲੇ ਬਾਦਸ਼ਾਹ ਜਿਵੇਂ ਬਾਕੀਆਂ ਨੂੰ ਨਬਜ਼ ਦਿਖਾਉਂਦਾ ਹੈ। ਆਪਾਂ ਕੋਈ ਡਾਕਟਰ ਕੋਲ ਇਲਾਜ ਕਰਵਾਉਣ ਵਾਸਤੇ ਜਾਂਦੇ ਆ, ਉਹ ਨਬਜ਼ ਦੇਖਦਾ ਹੈ, ਕੋਈ ਥਰਮਾਮੀਟਰ ਲਾਉਂਦਾ ਹੈ, ਕੋਈ ਬੀਪੀ ਚੈੱਕ ਕਰਨ ਵਾਸਤੇ। ਤੋ ਇਸੇ ਤਰ੍ਹਾਂ ਬਾਦਸ਼ਾਹ ਨੇ ਭਾਈ ਜੇਠਾ ਉਹਦੇ ਸਾਹਮਣੇ ਆਪਣੀ ਬਾਂਹ ਅੱਗੇ ਵਧਾਈ ਆ ਤਾਂ ਕਿ ਇਹ ਨਬਜ਼ ਮੇਰੀ ਵੇਖੇਗਾ, ਮੇਰੇ ਦੁੱਖ ਬਾਰੇ ਕੋਈ ਦੱਸੇਗਾ। ਨੈਸ ਪ੍ਰਸੰਗ ਕਹਿ ਲੈ ਜਮ ਚੀਨ, ਤੇ ਬਾਦਸ਼ਾਹ ਦੇ ਕੋਲ ਭਾਈ ਜੇਠਾ ਸਾਹਿਬ ਜੀ ਨੇ ਆਖਿਆ ਵੀ ਮੈਂ ਤੇਰੇ ਬਾਰੇ ਸਾਰਾ ਕੁਝ ਜਾਣਦਾ ਹਾਂ, ਤੈਨੂੰ ਬਾਂਹ ਦਿਖਾਉਣ ਦੀ ਲੋੜ ਨਹੀਂ। ਜਦੋਂ ਬਾਦਸ਼ਾਹ ਨੇ ਬਾਂਹ ਅੱਗੇ ਵਧਾਈ ਤੇ ਉਹਦੇ ਨਬਜ਼ ਵੇਖਣ ਤੋਂ ਬਿਨਾਂ ਹੀ ਭਾਈ ਜੇਠਾ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਬਾਦਸ਼ਾਹ ਮੈਨੂੰ ਨਬਜ਼ ਫੜ ਕੇ ਤੇਰੀ ਬਾਂਹ ਵੇਖਣ ਦੀ ਲੋੜ ਨਹੀਂ ਹੈ। ਕਹਿਣ ਲੱਗਿਓ ਮੈਂ ਪਿੱਖੋ ਨਾ ਨਾਰੇ, ਕਹਿਣ ਲੱਗੇ ਕਿ ਮੈਂ ਦੁਨੀਆ ਦੇ ਲੋਕਾਂ ਦੇ ਵਾਂਗ ਨਬਜ਼ ਨਹੀਂ ਦੇਖਣੀ, ਮੈਨੂੰ ਤੇਰੇ ਬਾਰੇ ਸਾਰਾ ਕੁਝ ਹੀ ਪਤਾ ਹੈ। ਔਰ ਉਸ ਵੇਲੇ ਭਾਈ ਜੇਠਾ ਸਾਹਿਬ ਜੀ ਬਾਦਸ਼ਾਹ ਨੂੰ ਕਹਿੰਦੇ ਹਨ, ਨਹਿ ਪ੍ਰਸੰਗ ਕੁਛ ਕਰੋ ਉਚਾਰੇ। ਬਾਦਸ਼ਾਹ ਕਹਿੰਦਾ ਹੈ ਵੀ ਕੋਈ ਸਮਝ ਨਹੀਂ ਪੈਂਦੀ, ਤੁਸੀਂ ਕੋਈ ਉਚਾਰਨ ਕਰਕੇ ਦੱਸੋ ਸਾਂ। ਤੁਸੀਂ ਕਹਿੰਦੇ ਜੇ ਨਬਜ਼ ਵੇਖਣ ਦੀ ਲੋੜ ਹੀ ਕੋਈ ਨਹੀਂ, ਮੇਰੀ ਬਾਂਹ ਵੇਖਣ ਤੋਂ ਬਿਨਾਂ ਹੀ ਤੁਸੀਂ ਦੱਸ ਦਿੱਤਾ ਵੀ ਮੈਨੂੰ ਸਭ ਕੁਝ ਪਤਾ ਹੈ ਤੁਹਾਡੇ ਬਾਰੇ, ਕਿਰਪਾ ਕਰਕੇ ਮੈਨੂੰ ਉਹਦੇ ਬਾਰੇ ਮੁਖ ਤੋਂ ਉਚਾਰਨ ਕਰਕੇ ਦੱਸੋ। ਕਿਆ ਤਬੀਬ ਜੋ ਨਾਰੀ ਦੇਖੈ, ਭਾਈ ਜੇਠਾ ਸਾਹਿਬ ਜੀ ਕਹਿੰਦੇ ਉਹ ਕਾਹਦਾ ਵੈਦ ਹੋਇਆ, ਉਹ ਕਾਹਦਾ ਸਿਆਣਾ ਡਾਕਟਰ ਹੋਇਆ ਜੀ ਅਸੀਂ ਨਬਜ਼ਾਂ ਹੀ ਵੇਖਣੀਆਂ ਨੇ। ਕਹਿੰਦੇ ਨੇ ਅਸਲ ਵਿੱਚ ਵੈਦ ਹਕੀਮ ਉਹ ਆ ਜਿਹੜਾ ਬੰਦੇ ਨੂੰ ਵੇਖਦਿਆਂ ਸਾਰ ਹੀ ਉਹਦੇ ਦੁੱਖ ਦੇ ਬਾਰੇ ਚੰਗੀ ਤਰ੍ਹਾਂ ਜਾਣ ਲੈਂਦਾ ਹੈ। ਸੂਰਤ ਦੇਖਨ ਰੋਗ ਪਰਖੈ, ਤੇ ਇਸੇ ਤਰ੍ਹਾਂ ਕਹਿਣ ਲੱਗੇ ਸੂਰਤ ਨੂੰ ਵੇਖ ਕੇ ਜਿਹੜਾ ਰੋਗ ਨੂੰ ਪਰਖ ਨਾ ਲਵੇ, ਕਿਸੇ ਦਾ ਮੁਖ ਵੇਖੇ ਹੀ ਪਤਾ ਲੱਗ ਜਾਂਦਾ ਮੈਨੂੰ ਕੀ ਬਿਮਾਰੀ ਆ। ਕਹਿੰਦੇ ਉਹ ਕਾਹਦਾ ਵੈਦ ਹੋਇਆ ਜਿਹਨੇ ਸੂਰਤ ਨੂੰ ਵੇਖਿਆ ਤੇ ਰੋਗ ਨੂੰ ਪਕੜਿਆ ਹੀ ਨਾ। ਮਾਮ ਉਸਤਾਦ ਹੈ ਨਹਿ ਕਾਚੋ, ਭਾਈ ਜੇਠਾ ਸਾਹਿਬ ਜੀ ਕਹਿਣ ਲੱਗੇ ਬਾਦਸ਼ਾਹ ਜਿਹੜਾ ਮੇਰਾ ਉਸਤਾਦ ਉਹ ਕੱਚਾ ਨਹੀਂ ਆ, ਮੇਰਾ ਉਸਤਾਦ ਐਵੇਂ ਨਹੀਂ ਹੈ। ਗੁਣ ਪੂਰਨ ਬਚ ਸਾਚ ਉਹ ਬਾਚੋ, ਮੇਰਾ ਉਸਤਾਦ ਜਿਹੜਾ ਉਹ ਤੇ ਮਾਨੋ ਪੂਰਾ ਸਤਿਗੁਰੂ ਆ, ਉਹਦੇ ਜਿਹੜੇ ਬਚਨ ਆ ਉਹ ਵੀ ਸੰਪੂਰਨ ਹੁੰਦੇ ਹਨ। ਜਾਨ ਲੀਨ ਮੈਂ ਰੋਗ ਤੁਮਾਰੋ, ਫਿਰ ਭਾਈ ਜੇਠਾ ਸਾਹਿਬ ਜੀ ਦੱਸਦੇ ਨੇ ਕਿ ਬਾਦਸ਼ਾਹ ਮੈਂ ਤੇਰੇ ਰੋਗ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ, ਮੈਨੂੰ ਤੇਰੇ ਰੋਗ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ। ਸੁਨੋ ਇਕੰਤ ਹੋਏ ਨਿਰਤਾਰੋ, ਇਕਾਂਤ ਵਿੱਚ ਆ ਜਾਓ ਤੁਹਾਨੂੰ ਸਾਰੀ ਗੱਲ ਦੱਸ ਦਿਆਂਗਾ। ਭਾਈ ਜੇਠਾ ਸਾਹਿਬ ਜੀ ਨੇ ਆਖਿਆ ਬਾਦਸ਼ਾਹ ਮੈਨੂੰ ਸਭ ਕੁਝ ਪਤਾ ਹੈ ਤੇਰੇ ਬਾਰੇ, ਪਰ ਮੈਂ ਦੱਸਾਂਗਾ ਇਕਾਂਤ ਵਿੱਚ, ਇੱਕ ਪਾਸੇ ਇਕੱਲੇ ਨੂੰ ਇਉਂ ਦੱਸਾਂਗਾ। ਨਹਿ ਗਨ ਮੈਂ ਕਹੂੰ ਬਿਰਤਾਂਤ, ਬਾਕੀ ਲੋਕਾਂ ਦੇ ਸਾਹਮਣੇ ਮੈਂ ਤੈਨੂੰ ਕੁਛ ਨਹੀਂ ਦੱਸਾਂਗਾ। ਨਿਹਫਲ ਮੰਤਰ ਜੇ ਹੋਏ ਬਖਿਆਤ, ਜੇ ਬਾਹਰ ਬਹੁਤੇ ਲੋਕਾਂ ਦੇ ਵਿੱਚ ਵਿਖਿਆਨ ਕੀਤਾ ਤੇ ਲੋਕਾਂ ਦੀ ਭੀੜ ਵਿੱਚ ਬਿਰਤਾਂਤ ਮੈਂ ਨਹੀਂ ਕਹਿੰਦਾ, ਕਿਉਂਕਿ ਮੰਤਰ ਪ੍ਰਗਟ ਹੋ ਜਾਏ ਤਾਂ ਨਿਫਲ ਹੋ ਜਾਂਦਾ ਹੈ। ਜਹਾਂਗੀਰ ਸੁਨ ਭਇਓ ਇਕਾਂਕੇ, ਜਹਾਂਗੀਰ ਨੇ ਆਖਿਆ ਠੀਕ ਹੈ,
ਉਹ ਫਿਰ ਇਕਾਂਤ ਵਿੱਚ ਜਾਣ ਵਾਸਤੇ ਇੱਕ ਪਾਸੇ ਹੋ ਕੇ ਭਾਈ ਜੇਠਾ ਸਾਹਿਬ ਦੀ ਗੱਲ ਸੁਣਨ ਵਾਸਤੇ ਤਿਆਰ ਹੁੰਦਾ ਹੈ। ਭਾਈ ਜੇਠਾ ਗਇਓ ਨਿਕਟ ਤਬ ਤਾਂ ਕੀ। ਜਦੋਂ ਬਾਦਸ਼ਾਹ ਜਹਾਂਗੀਰ ਇੱਕ ਪਾਸੇ ਹੋ ਜਾਂਦਾ ਬਹੁਤੇ ਲੋਕਾਂ ਦੇ ਕੋਲੋਂ, ਤੇ ਭਾਈ ਜੇਠਾ ਸਾਹਿਬ ਜੀ ਨੇ ਇਕੱਲੇ ਨੂੰ ਵੇਖਿਆ, ਫਿਰ ਉਹਦੇ ਪਾਸ ਗਏ ਹਨ। ਬੈਠ ਕਹਿਓ ਤੁਝ ਸਪਤ ਖੁਦਾਏ। ਤੇ ਉਸ ਵੇਲੇ ਭਾਈ ਜੇਠਾ ਸਾਹਿਬ ਜੀ ਨੇ ਆਖਿਆ ਕਿ ਵੇਖ ਤੇਰੇ ਕੋਲ ਖੁਦਾ ਹੈ, ਅੱਲਾ ਹੈ, ਉਹਦਾ ਰੂਪ ਤੇਰੇ ਪਾਸ ਹੈ। ਕਹੋ ਜੇ ਸਾਚੀ ਦਿਓ ਬਤਾਏ। ਜੇ ਮੈਂ ਸੱਚੀ ਗੱਲ ਆਖਾਂ ਤੇ ਤੁਸਾਂ ਦੱਸ ਦੇਣਾ ਕਿ ਠੀਕ ਆ। ਭਾਈ ਜੇਠਾ ਸਾਹਿਬ ਜੀ ਨੇ ਆਖਿਆ ਵੇਖ ਬਾਦਸ਼ਾਹ ਜਹਾਂਗੀਰ, ਜੇ ਮੈਂ ਤੈਨੂੰ ਸੱਚੀ ਗੱਲ ਕਹਾਂਗਾ ਤੂੰ ਮੰਨੇਗਾ ਵੀ ਇਹ ਗੱਲ ਬਿਲਕੁਲ ਠੀਕ ਹੈ। ਤੋ ਕਹ ਰੋਗ ਨ ਉਪਜਿਓ ਕੋਈ। ਭਾਈ ਜੇਠਾ ਸਾਹਿਬ ਜੀ ਕਹਿੰਦੇ ਨੇ ਕਿ ਬਾਦਸ਼ਾਹ ਤੈਨੂੰ ਰੋਗ ਕੋਈ ਨਹੀਂ ਆ, ਤੈਨੂੰ ਪੀੜ ਕੋਈ ਨਹੀਂ ਆ, ਤੈਨੂੰ ਦੁੱਖ ਤਕਲੀਫ ਤੇ ਬਿਮਾਰੀ ਕੋਈ ਨਹੀਂ ਹੈ। ਨਿਸਮਹਿ ਤਰਾਸ ਕਿਸੂ ਤੇ ਹੋਈ। ਇਹ ਦੱਸ ਵੀ ਰਾਤ ਦੇ ਸਮੇਂ ਕਿਹਦੇ ਤੋਂ ਡਰਦਾ ਹੈ? ਭਾਈ ਜੇਠਾ ਸਾਹਿਬ ਜੀ ਬਾਦਸ਼ਾਹ ਜਹਾਂਗੀਰ ਨੂੰ ਪੁੱਛਦੇ ਆ ਵੀ ਰਾਤ ਨੂੰ ਡਰਦਾ ਹੈ, ਕਿਸ ਗੱਲ ਤੋਂ ਡਰਦਾ ਹੈ? ਹੌਲ ਰਹਿਓ ਦਿਲ ਟਿਕੈ ਨ ਕੈਸੇ। ਰਾਤ ਹੁੰਦਿਆਂ ਸਾਰੀ ਤੇਰੇ ਮਨ ਵਿੱਚ ਹੌਲ ਪੈਂਦੇ ਹੈ, ਮਨ ਵਿੱਚ ਬੜੀ ਤਰਾਸ ਤੇਰੇ ਪੈਦਾ ਹੁੰਦੀ ਹੈ। ਤੇਰਾ ਮਨ ਜਿਹੜਾ ਉਹ ਕਿਸੇ ਗੱਲੇ ਟਿਕਾਓ ਵਿੱਚ ਆਉਂਦਾ ਨਹੀਂ ਹੈ। ਦੀਪ ਸਿਖਾ ਬਹਿ ਬਾਇਓ ਜੈਸੇ। ਕਹਿੰਦੇ ਦੀਵੇ ਦੀ ਲਾਟ ਜਿਵੇਂ ਹਵਾ ਚੱਲਿਆ, ਹਵਾ ਚੱਲਦੀ ਹੈ ਤੇ ਦੀਵੇ ਦੀ ਲਾਟ ਉਹ ਲੱਟ ਲੱਟ ਕਰਦੀ ਆ, ਖੱਬੇ ਸੱਜੇ ਡੱਕੇ ਡੋਲੇ ਖਾਂਦੀ ਆ। ਐ ਬਾਦਸ਼ਾਹ ਰਾਤ ਹੁੰਦਿਆਂ ਸਾਰੀ ਤੇਰੇ ਮਨ ਵਿੱਚ ਬੜੀ ਘਬਰਾਹਟ ਪੈਦਾ ਹੁੰਦੀ ਹੈ। ਮਾਨ ਬਾਦਸ਼ਾਹ ਕਹੇ ਸਾਚ ਸੁਨਾਈ। ਬਾਦਸ਼ਾਹ ਮੰਨ ਗਿਆ ਕਿ ਇਸੇ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਭਾਈ ਜੇਠਾ ਸਾਹਿਬ ਜੀ ਦੱਸਦੇ ਆ। ਜਿਸ ਵੇਲੇ ਰਾਤ ਹੁੰਦੀ ਹੈ ਤੇ ਮੇਰਾ ਮਨ ਬਹੁਤ ਡਰ ਜਾਂਦਾ ਹੈ, ਬੜਾ ਘਬਰਾਉਂਦਾ ਹੈ, ਮੈਨੂੰ ਸ਼ੇਰਾਂ ਤੋਂ ਡਰ ਲੱਗਦਾ ਹੈ। ਮਮ ਪੀਰਾ ਤੈ ਨਿਸ਼ਚੈ ਪਾਏ। ਤੇ ਇਸੇ ਤਰ੍ਹਾਂ ਇਹ ਜਿਹੜੀ ਪੀੜਾ ਵਾ ਇਹ ਤੁਸੀਂ ਠੀਕ ਮਾਲੂਮ ਕੀਤੀ ਆ। ਇਸੇ ਤਰ੍ਹਾਂ ਮੇਰੇ ਅੰਦਰ ਇਹ ਦਰਦ ਬਹੁਤ ਵੱਡੀ ਮੈਨੂੰ ਦੁੱਖ ਦਿੰਦੀ ਹੈ। ਸੋਨ ਹਜਰਤ ਆਵਤ ਜੁਗ ਸ਼ੀਰ। ਤੇ ਜਦੋਂ ਵੀ ਮੈਂ ਸੌਂਦਾ ਹਾਂ ਉਸੇ ਵੇਲੇ ਵੱਡੇ ਵੱਡੇ ਸ਼ੇਰ ਉਹ ਮੈਨੂੰ ਆਣ ਕੇ ਘੇਰਾ ਪਾ ਲੈਂਦੇ ਹਨ। ਦੋਹ ਦਿਸਤੈ ਕਰ ਕੋਪ ਕਨੇਰ। ਤੇ ਚਾਰੇ ਪਾਸਿਆਂ ਤੋਂ ਕਹਿੰਦਾ ਬੇਸ਼ੱਕ ਮੇਰਾ ਭਾਵੇਂ ਕਿੰਨਾ ਵੱਡਾ ਘੇਰਾ, ਪਰ ਉਹ ਜਦੋਂ ਆਉਂਦੇ ਨੇ ਉਹਨਾਂ ਦੇ ਚਿਹਰੇ ਬੜੇ ਖੂੰਖਾਰ ਤੇ ਬੜੇ ਕ੍ਰੋਧ ਵਿੱਚ ਜਿਹੜੇ ਸ਼ੇਰ ਆਉਂਦੇ ਹਨ। ਗੁਰੂ ਹਾਥ ਦੇ ਤੋਏ ਬਚਾਵੈ। ਬਾਦਸ਼ਾਹ ਕਹਿਣ ਲੱਗਾ ਗੁਰੂ ਕੇ ਸਿੱਖ ਜੀ ਤੁਸੀਂ ਠੀਕ ਦੱਸਿਆ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਆ, ਉਹਨਾਂ ਦੀ ਮਿਹਰ ਦੇ ਸਦਕਾ ਮਹਾਰਾਜ ਆਪ ਆਣ ਕੇ ਮੈਨੂੰ ਬਚਾਉਂਦੇ ਹਨ। ਨਾਹੇ ਤਾਂ ਦੋਹਨੋ ਤੁਮ ਕਹੋ ਖਾਵੇ। ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਰ ਤੇ ਹੱਥ ਨਾ ਹੋਵੇ ਫਿਰ ਤਾਂ ਉਹ ਜਿਹੜੇ ਦੋਵੇਂ ਸ਼ੇਰ ਆ ਨਾ ਉਹ ਮੈਨੂੰ ਆਣ ਕੇ ਖਾ ਹੀ ਜਾਣ। ਬੜੇ ਗੁੱਸੇ ਵਿੱਚ ਆਣ ਕੇ, ਬੜੇ ਕ੍ਰੋਧ ਵਿੱਚ ਆਣ ਕੇ ਮੂੰਹ ਖੋਲ੍ਹਦੇ ਹਨ। ਇਹ ਤਾਂ ਸਤਿਗੁਰੂ ਆ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਮੈਨੂੰ ਸ਼ੇਰਾਂ ਤੋਂ ਮਾਰ ਤੋਂ ਬਚਾ ਲੈਂਦੇ ਹਨ। ਹਟਤ ਕਹੈ ਗੁਰ ਮਹਿਮਾ ਜਾਣ। ਫਿਰ ਕਹਿੰਦਾ ਵੀ ਸਮਝ ਨਹੀਂ ਆਉਂਦੀ ਵੀ ਜਦੋਂ ਸ਼ੇਰ ਵਾਪਸ ਮੁੜਦੇ ਆ ਨਾ ਤੇ ਮੈਨੂੰ ਕਹਿੰਦੇ ਆ ਵੀ ਤੂੰ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦਾ, ਗੁਰੂ ਹਰਗੋਬਿੰਦ ਸਾਹਿਬ ਦੀ ਤੂੰ ਵਡਿਆਈ ਕਿਉਂ ਨਹੀਂ ਕਰਦਾ ਹੈ। ਨਾਹੇ ਵਿਸਾਰਨ ਉਰ ਤੇ ਠਾਣ। ਤੇ ਤੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਹਿਰਦੇ ਦੇ ਵਿੱਚੋਂ ਭੁਲਾ ਕਿਉਂ ਦਿੱਤਾ ਹੈ। ਡਰ ਹਰ ਬੇਹਤ ਜਤਨ ਬਤਾਵੇ। ਤੇ ਕਹਿੰਦੇ ਨੇ ਤੇਰਾ ਡਰ ਖਤਮ ਹੋਵੇਗਾ, ਇਹਦਾ ਯਤਨ ਸਾਡੇ ਕੋਲ ਹੈ।
ਇਹ ਯਤਨ ਜਿਹੜਾ ਤੈਨੂੰ ਦੱਸਦੇ ਹਾਂ। ਸੋ ਕਿਉ ਕਰ ਤੁਮ ਹਿਰਦੇ ਨਾ ਲਿਆਵੈ। ਤੇ ਭਾਈ ਜੇਠਾ ਸਾਹਿਬ ਜੀ ਉਹ ਵੀ ਦੱਸਦੇ ਨੇ ਕਿ ਵੇਖ ਬਾਦਸ਼ਾਹ, ਇਹਦਾ ਇਲਾਜ ਫਿਰ ਸਾਡੇ ਕੋਲ ਹੈ। ਸਤਿਗੁਰਾਂ ਦੀ ਵਡਿਆਈ ਕਿਉਂ ਨਹੀਂ ਕਰਦਾ? ਠੀਕ ਤਾਂ ਕਿਹਾ ਉਹਨਾਂ ਸ਼ੇਰਾਂ ਨੇ, ਤੇ ਤੇਰਾ ਫਰਜ਼ ਬਣਦਾ ਸਤਿਗੁਰਾਂ ਦੀ ਵਡਿਆਈ ਕੀਤੀ ਜਾਏ। ਤੂੰ ਸਤਿਗੁਰਾਂ ਦੀ ਵਡਿਆਈ ਨੂੰ ਆਪਣੇ ਨੇੜੇ ਕਿਉਂ ਨਹੀਂ ਲਿਆਉਂਦਾ ਹੈ? ਜੈ ਨਹਿ ਸਮਝਿਓ ਮੈਂ ਸਮਝਾਉਂ। ਜੇ ਤੈਨੂੰ ਸ਼ੇਰਾਂ ਦੀ ਗੱਲ ਸਮਝ ਨਹੀਂ ਆਈ ਤੇ ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਂਦਾ ਹਾਂ। ਰੋਗ ਤਰਾਸ ਸਭ ਦੂਰ ਮਿਟਾਉ। ਤੇਰੇ ਸਾਰੇ ਰੋਗ ਵੀ ਦੂਰ ਹੋ ਜਾਣਗੇ। ਤੇਰੇ ਮਨ ਦਾ ਜਿਹੜਾ ਡਰ ਆ ਨਾ ਉਹ ਵੀ ਮਿਟ ਜਾਵੇਗਾ। ਐਮ ਭਾਈ ਜੇਠੇ ਜਬ ਪਤੇ ਲਗਾਏ। ਇਵੇਂ ਭਾਈ ਜੇਠਾ ਸਾਹਿਬ ਜੀ ਨੇ ਜਦੋਂ ਬਾਦਸ਼ਾਹ ਦੀ ਜਿਹੜੀ ਅਸਲ ਬਿਮਾਰੀ ਆ ਉਹਦੇ ਬਾਰੇ ਸਾਰਾ ਪਤਾ ਲਗਾਇਆ ਹੈ। ਹਜ਼ਰਤ ਕਹਿਓ ਠੀਕ ਤੈਂ ਗਾਏ। ਬਾਦਸ਼ਾਹ ਨੇ ਆਖਿਆ ਵੀ ਤੁਸੀਂ ਠੀਕ ਆਖਿਆ, ਜੋ ਵੀ ਤੁਸੀਂ ਆਖਿਆ ਬਿਲਕੁਲ ਤੁਸੀਂ ਸਹੀ ਗੱਲ ਆਖੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੰਨੀ ਵੀ ਹੋਵੇ ਸਾਨੂੰ ਵਡਿਆਈ ਹੀ ਕਰਨੀ ਚਾਹੀਦੀ ਹੈ। ਅਬ ਜਿਮ ਹਟਹਿ ਬਤਾਵਨ ਕੀਜੈ। ਹੁਣ ਬਾਦਸ਼ਾਹ ਕਹਿੰਦਾ ਹੈ ਕਿ ਇਹ ਗੁਰੂ ਕੇ ਸਿੱਖ ਜੀ ਜਿਵੇਂ ਤੁਸੀਂ ਦੱਸੋ ਮੈਂ ਤਿਵੇਂ ਹੀ ਕਰਾਂਗਾ। ਮੈਨੂੰ ਸ਼ੇਰਾਂ ਦੀ ਮਾਰ ਤੋਂ ਬਚਾਓ, ਜਿਹੜਾ ਰਾਤ ਦੇ ਸਮੇਂ ਇੰਨਾ ਭਿਆਨਕ ਡਰ ਆਉਂਦਾ ਉਹਦੇ ਤੋਂ ਬਚਾਓ। ਇਹਦੇ ਵਾਸਤੇ ਜੋ ਵੀ ਤੁਹਾਡੇ ਕੋਲ ਇਲਾਜ ਆ ਮੈਨੂੰ ਉਹਦੇ ਬਾਰੇ ਖੁੱਲ੍ਹ ਕੇ ਦੱਸੋ। ਤਾਂ ਪੂਰਨ ਉਸਤਾਦ ਲਖੀਜੈ। ਜੇ ਤੁਸੀਂ ਮੈਨੂੰ ਸ਼ੇਰਾਂ ਦੀ ਮਾਰ ਤੋਂ ਬਚਾ ਲਵੋਗੇ, ਇਹ ਡਰ ਮੇਰੇ ਅੰਦਰੋਂ ਖਤਮ ਹੋ ਜਾਏ, ਮੈਂ ਤੁਹਾਨੂੰ ਪੂਰਨ ਉਸਤਾਦ ਮੰਨ ਲਵਾਂਗਾ। ਕਿਮ ਕਹਿਰ ਕਹਿ ਬੂਝ ਬੁਝਾਵੈ। ਤੇ ਕਹਿਣ ਲੱਗੇ ਵੀ ਕਿਵੇਂ ਜਿਵੇਂ ਮੁੜਦੇ ਹੋਏ ਸ਼ੇਰ ਗੁਰੂ ਸਾਹਿਬ ਦੀ ਵਡਿਆਈ ਕਰਕੇ ਜਾਂਦੇ ਹਨ, ਉਹ ਬੁਝਾਰਤ ਜਿਹੜੀ ਆ ਉਹ ਸਮਝਾਉਂਦੇ ਹਨ। ਦੇਹ ਸਮਝਾਏ ਨਾ ਮਮ ਮਨ ਆਵੈ। ਬਸ ਇਹੀ ਸਮਝਾ ਕੇ ਉਹੀ ਜਾਂਦੇ ਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੈਨੂੰ ਬਚਾ ਲਿਆ। ਬਿਲਕੁਲ ਜਿਹੜੇ ਤੁਸੀਂ ਗੱਲ ਕੀਤੀ ਇਹ ਸਹੀ ਹੈ, ਕਿਰਪਾ ਕਰਕੇ ਮੇਰੇ ਮਨ ਵਿੱਚ ਇਹ ਗੱਲ ਸਮਝਾ ਦਿਓ। ਆਪਣੇ ਮਹਿ ਸ਼ਰਧਾ ਦਿੜ ਜਾਣੇ। ਮੈਂ ਤਾਂ ਆਪਣੇ ਮਨ ਵਿੱਚ ਪੂਰਨ ਸ਼ਰਧਾ ਰੱਖੀ ਆ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ। ਤਬ ਭਾਈ ਜੇਠ ਮੁਖ ਗਿਰਾ ਬਖਾਨੇ। ਫਿਰ ਭਾਈ ਜੇਠਾ ਸਾਹਿਬ ਜੀ ਆਪਣੇ ਮੁਖ ਦੇ ਵਿੱਚੋਂ ਕੁਝ ਬੋਲਦੇ ਹਨ। ਗੁਰੂ ਪਾਠ ਦੁਰਗ ਨ ਕੀਨ ਸੰਭਾਲੇ। ਭਾਈ ਜੇਠਾ ਸਾਹਿਬ ਜੀ ਨੇ ਆਖਿਆ ਕਿ ਵੇਖ ਬਾਦਸ਼ਾਹ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਤੂੰ ਆਪਣੇ ਪਾਸ ਬੁਲਾਇਆ ਤੇ ਫਿਰ ਉਹਦੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਹੈ। ਤੈਨੂੰ ਪਤਾ ਹੀ ਕੋਈ ਨਹੀਂ ਵੀ ਕਿੰਨਾ ਸਮਾਂ ਹੋ ਗਿਆ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ ਹਨ। ਆਵਦ ਬਦੀ ਤਬ ਸਭ ਦਿਨ 40। ਤਦੋਂ 40 ਦਿਨ ਦਾ ਸਮਾਂ ਹੀ ਉਸ ਵੇਲੇ ਮੁਕਰਰ ਕੀਤਾ ਸੀ ਵੀ ਤੁਸੀਂ 40 ਦਿਨ ਉੱਥੇ ਬਹਿ ਕੇ ਰੱਬ ਦੀ ਭਗਤੀ ਸਿਮਰਨ ਕਰਨਾ ਹੈ। ਤੇ ਹੁਣ ਉਸ ਗੱਲ ਨੂੰ ਤੂੰ ਭੁੱਲ ਹੀ ਗਿਆ ਹੈ। ਸਭ ਤੀਤ ਉਪਰ ਦਿਨ ਗਏ। ਭਾਈ ਜੇਠਾ ਸਾਹਿਬ ਜੀ ਨੇ ਆਖਿਆ ਕਿ ਵੇਖ ਹੁਣ ਤੇ 40 ਦਿਨਾਂ ਤੋਂ ਉੱਤੇ ਬੀਤ ਗਏ ਆ, ਤੈਨੂੰ ਇਸ ਗੱਲ ਦਾ ਚੇਤਾ ਕਿਉਂ ਭੁੱਲਿਆ ਹੈ? ਨਿਕਟ ਗੁਰੂ ਨ ਬੁਲਾਵਤ ਭਏ। ਤੂੰ ਸਤਿਗੁਰਾਂ ਨੂੰ ਆਪਣੇ ਪਾਸ ਬੁਲਾਇਆ ਹੀ ਨਹੀਂ। 40 ਦਿਨ ਦਾ ਸਮਾਂ ਲਿਆ ਸੀ ਤੇ ਹੁਣ 40 ਦਿਨ ਤੋਂ ਵੀ ਸਮਾਂ ਟੱਪ ਗਿਆ, ਤੂੰ ਅਜੇ ਤੱਕ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਕਿਉਂ ਨਹੀਂ ਬੁਲਾਇਆ ਹੈ? ਗੁਰ ਸੰਗ ਝੂਠ ਬੋਲ ਬੋਠਾਨਾ। ਆ ਜਿਹੜੀ ਤੈਨੂੰ ਸਜ਼ਾ ਮਿਲ ਰਹੀ ਆ ਨਾ, ਰਾਤ ਦੇ ਸਮੇਂ ਤੂੰ ਬੜਾ ਡਰਦਾ ਹੈ ਤੇ ਤਰਾਸ ਕਰਕੇ ਉੱਠਦਾ ਹੈ। ਸ਼ੇਰ ਆਣ ਕੇ ਤੈਨੂੰ ਘੇਰਾ ਪਾਉਂਦੇ ਆ। ਇਹ ਜਿਹੜਾ ਤੂੰ ਝੂਠ ਬੋਲਿਆ ਨਾ, ਉਸ ਝੂਠ ਦੀ ਤੈਨੂੰ ਸਜ਼ਾ ਮਿਲ ਰਹੀ ਆ। ਤੂੰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਇਕਰਾਰਨਾਮਾ ਕੀਤਾ ਵੀ 40 ਦਿਨ ਵਾਸਤੇ ਜਾਓ, ਰੱਬ ਦੀ ਬੰਦਗੀ ਕਰੋ, ਖੁਦਾ ਨੂੰ ਚੇਤੇ ਕਰੋ,
ਤੇ ਉਸ ਗੱਲ ਨੂੰ ਭੁੱਲ ਗਿਆ, ਝੂਠ ਬੋਲਦਾ, ਉਹਦੀ ਤੈਨੂੰ ਸਜ਼ਾ ਜਿਹੜੀ ਆ ਰਾਤ ਨੂੰ ਡਰਨ ਵਾਲੀ ਇਹ ਸਜ਼ਾ ਮਿਲਦੀ ਹੈ। ਤਿਹ ਫਲ ਹੋਇਓ ਤਰਾਸ ਮਹਾਨਾ। ਬਸ ਇਹ ਉਹਦਾ ਫਲ ਤੈਨੂੰ ਮਿਲ ਰਿਹਾ ਹੈ, ਕਿਉਂਕਿ ਜਿਹੜਾ ਬੰਦਾ ਝੂਠ ਮਿਲੇਗਾ, ਝੂਠ ਬੋਲੇਗਾ, ਉਹਦਾ ਫਲ ਜਿਹੜਾ ਉਹਨੂੰ ਉਹੋ ਜਿਹਾ ਹੀ ਮਿਲਣਾ ਹੈ। ਛਲ ਕਪਟ ਕਰੇਗਾ ਤੇ ਉਹਦੇ ਆਪਣੇ ਨਾਲ ਧੋਖਾ ਹੋਵੇਗਾ, ਕਿਸੇ ਨਾਲ ਠੱਗੀ ਕਰੇਗਾ ਤੇ ਆਪਣੇ ਨਾਲ ਠੱਗੀ ਵੱਜੇਗੀ, ਕਿਸੇ ਨਾਲ ਪਾਪ ਕਰੇਗਾ ਤੇ ਉਹਦਾ ਆਪਦਾ ਬੁਰਾ ਹੋਵੇਗਾ। ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਹ ਜਿਹੜਾ ਤੂੰ ਝੂਠ ਬੋਲਤਾ ਤੇ ਦਗਾ ਕੀਤਾ ਹੈ, ਬਸ ਉਹਦਾ ਫਲ ਤੈਨੂੰ ਵੱਡੇ ਡਰ ਦਾ ਇਹੀ ਮਿਲਿਆ ਹੈ। ਜੈ ਕਰ ਆਜ ਨ ਮਨ ਜ ਪਠਾਵੇ। ਜੇ ਤੂੰ ਅੱਜ ਵੀ ਇਸ ਗੱਲ ਨੂੰ ਮੰਨਦਾ ਨਹੀਂ ਹੈ, ਟਰੈ ਨ ਕਿਹਰ ਆਵਤ ਕਾਵੇ। ਤੇ ਸ਼ੇਰ ਟਲਣਗੇ ਨਹੀਂ, ਉਹ ਅੱਜ ਵੀ ਆਣ ਕੇ ਤੈਨੂੰ ਘੇਰਾ ਪਾ ਲੈਣਗੇ। ਵੇਖ ਬਾਦਸ਼ਾਹ, ਜਿੰਨੇ ਮਰਜ਼ੀ ਲੋਹੇ ਦੀਆਂ ਚਾਦਰਾਂ ਲਵਾ ਲੈ, ਲੋਹੇ ਦੇ ਜਾਲ ਵਿਛਾਲਾ, ਜਿੰਨੇ ਮਰਜ਼ੀ ਹਥਿਆਰਬੰਦ ਪਹਿਰੇਦਾਰ ਰਖਵਾਲਾ, ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਉਣ ਵਾਸਤੇ ਸੋਚਿਆ ਨਹੀਂ ਨਾ, ਮੁਆਫੀ ਨਹੀਂ ਮੰਗਦਾ, ਤੇ ਤੇਰਾ ਫੇਰ ਵੀ ਬਚਾ ਨਹੀਂ ਹੋਵੇਗਾ। ਅੱਜ ਹੀ ਆਣ ਕੇ ਸ਼ੇਰਾਂ ਨੇ ਫੇਰ ਤੈਨੂੰ ਘੇਰਾ ਪਾ ਲੈਣਾ। ਜਿੰਨੇ ਮਰਜ਼ੀ ਨਜੂਮੀ ਸਿਆਣੇ ਇਕੱਠੇ ਕਰ ਲਾ, ਜੇ ਸਤਿਗੁਰਾਂ ਦੇ ਪਾਸੋਂ ਖਿਮਾ ਮੰਗੇਗਾ ਫੇਰ ਹੀ ਤੇਰਾ ਬਚਾਅ ਹੋਵੇਗਾ, ਨਹੀਂ ਤੇ ਅੱਜ ਹੀ ਤੈਨੂੰ ਸ਼ੇਰਾਂ ਨੇ ਫੇਰ ਘੇਰ ਲੈਣਾ ਹੈ। ਸਮਾਂ ਬਿਤੇ ਕੁਛ ਹਵੇ ਨ ਉਪਾਈ। ਭਾਈ ਜੇਠਾ ਸਾਹਿਬ ਜੀ ਕਹਿੰਦੇ ਨੇ, ਵੇਖ ਬਾਦਸ਼ਾਹ, ਜਦੋਂ ਸਮਾਂ ਹੱਥੋਂ ਲੰਘ ਜਾਏ ਮੁੜ ਕੇ ਪੱਲੇ ਕੁਝ ਨਹੀਂ ਪੈਂਦਾ, ਫੇਰ ਤੇ ਪਿੱਛੇ ਪਛਤਾਵਾ ਹੀ ਰਹਿ ਜਾਂਦਾ ਹੈ। ਗੁਰ ਦਿਸ ਨਮੋ ਕਰੋ ਸਿਰ ਨਿਆਈ। ਹੁਣ ਸਿਰ ਨਵਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੇਠਾ ਸਾਹਿਬ ਜੀ ਨੇ ਆਖਿਆ, ਬਾਦਸ਼ਾਹ ਇੱਥੋਂ ਹੀ ਸਿਰ ਨਵਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਤੇ ਮੱਥਾ ਟੇਕ। ਐ ਸੱਚੇ ਪਾਤਸ਼ਾਹ, ਮੈਂ ਤੇਰੇ ਪਾਸੋਂ ਖਿਮਾ ਮੰਗਦਾ ਹਾਂ। ਕਰ ਜੋਰ ਅਰ ਬਾਕ ਉਚਾਰੋ। ਹੱਥ ਵੀ ਜੋੜ, ਦੋਏ ਕਰ ਜੋਰ ਕਰੋ ਅਰਦਾਸ, ਤੁਧ ਭਾਵੇ ਤਾਂ ਆਣਹਿ ਰਾਸ। ਹੱਥ ਜੋੜ ਕੇ ਤੇ ਆਪਣੇ ਮੂੰਹ ਦੇ ਵਿੱਚੋਂ ਇਹ ਬਚਨ ਬੋਲ। ਖਿਮ ਪ੍ਰਭੂ ਨਿਜ ਬਿਰਦ ਸੰਭਾਰੋ। ਹੇ ਮੇਰੀ ਪੀਰੀ ਦੇ ਮਾਲਕ ਪ੍ਰਭੂ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ, ਮੇਰੇ ਉੱਤੇ ਖਿਮਾ ਕਰੋ, ਮੈਨੂੰ ਮੁਆਫ ਕਰਕੇ ਤੇ ਤੁਹਾਡਾ ਬਿਰਦ ਬਾਣੇ ਦੀ ਲਾਜ ਰੱਖਣਾ ਇਹ ਤੁਹਾਡਾ ਸੁਭਾਅ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ। ਪਠੋ ਮਨਜ ਅਬ ਨਿਕਟ ਹਕਾਰੋਂ। ਭਾਈ ਜੇਠਾ ਸਾਹਿਬ ਜੀ ਨੇ ਆਖਿਆ, ਤੇਰੇ ਡਰ ਮੁੱਕ ਜਾਣਗੇ। ਹੁਣੇ ਆਪਣਾ ਇੱਕ ਬੰਦਾ ਭੇਜ ਤੇ ਹੁਣੇ ਆਪਣੇ ਕਿਸੇ ਮਨੁੱਖ ਨੂੰ, ਕਿਸੇ ਬੰਦੇ ਨੂੰ ਆਵਾਜ਼ ਮਾਰ, ਤਾਂ ਕਿ ਉਹ ਜਿਹੜਾ ਬੰਦਾ ਹੈ ਦਰਸ਼ਨ ਕਰ ਸੀਸ ਪਗ ਧਾਰੋ। ਉਹ ਜਾਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ। ਕਿਉਂਕਿ ਸਿੱਖ ਬੜੇ ਸਿਆਣੇ ਆ, ਪਤਾ ਵੀ ਚੰਦੂ ਤੇ ਉਹਦੇ ਉਮਰਾਵ ਬਾਕੀ ਕਰਮਚਾਰੀ ਖਰੀਦੇ ਹੋਏ ਆ। ਉਹ ਬਾਰ-ਬਾਰ ਆਣ ਕੇ ਬਾਦਸ਼ਾਹ ਦੇ ਕੋਲ ਪੁੱਠੀਆਂ ਸਲਾਹਾਂ ਦਿੰਦੇ ਆ ਕਿ ਸਤਿਗੁਰਾਂ ਨੂੰ ਗਵਾਲੀਅਰ ਵਿੱਚ ਰਹਿਣ ਦਿਓ, ਭਗਤੀ ਕਰਨ ਦਿਓ। ਭਾਈ ਜੇਠਾ ਸਾਹਿਬ ਜੀ ਨੇ ਆਖਿਆ, ਦੇਰ ਨਾ ਲਾਓ, ਹੁਣੇ ਬੰਦੇ ਨੂੰ ਆਵਾਜ਼ ਮਾਰੋ, ਉਹਨੂੰ ਭੇਜੋ ਗਵਾਲੀਅਰ ਦੇ ਕਿਲੇ ਵਿੱਚ, ਮਹਾਰਾਜ ਜੀ ਦੇ ਦਰਸ਼ਨ ਕਰੋ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਨਮਸਕਾਰ ਕਰੋ। ਉੱਠ ਕਰ ਅਬਹਿ ਨ ਬੂਝੋ ਕੋਈ। ਹੁਣ ਕਿਸੇ ਨੂੰ ਪੁੱਛਣਾ ਨਹੀਂ। ਭਾਈ ਜੇਠਾ ਸਾਹਿਬ ਜੀ ਨੇ, ਜਿਹੜੇ ਅਸਰੇ ਗੁਰੂ ਕੇ ਸਿੱਖ ਆ, ਚੜ੍ਹਦੀ ਕਲਾ ਵਾਲੇ, ਪਰਉਪਕਾਰੀ, ਕਿਉਂਕਿ ਸ਼ੁਭ ਕਰਮ ਕਰਨ ਲੱਗਿਆ ਕਦੇ ਦੇਰ ਨਹੀਂ ਲਾਉਂਦੇ, ਬਹੁਤੀਆਂ ਸਲਾਹਾਂ ਨਹੀਂ ਕਰਦੇ। ਭਾਈ ਜੇਠਾ ਸਾਹਿਬ ਜੀ ਨੇ ਆਖਿਆ, ਸੁਣ ਬਾਦਸ਼ਾਹ ਜਹਾਂਗੀਰ, ਹੁਣ ਕਿਸੇ ਦੀ ਸਲਾਹ ਨਹੀਂ ਲੈਣੀ, ਕਿਸੇ ਵਜ਼ੀਰ ਦੀ, ਕਿਸੇ ਮੰਤਰੀ ਦੀ ਨਹੀਂ, ਕਿਸੇ ਦੂਸਰੇ ਬੰਦੇ ਦੀ ਨਹੀਂ, ਔਰ ਕਿਸੇ ਨਜੂਮੀ ਦੀ ਸਲਾਹ ਵਿੱਚ ਨਹੀਂ ਪੈਣਾ। ਹੁਣੇ ਉੱਠ ਤੇ ਆਪਣੇ ਕਿਸੇ ਸਿਆਣੇ ਬੰਦੇ ਨੂੰ ਆਵਾਜ਼ ਮਾਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਭੇਜ
ਜਿਹੜਾ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕੇ ਨਮਸਕਾਰ ਕਰੇ ਤੇ ਤੁਹਾਡੀ ਤਰਫ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੇ। ਕਰੋ ਅਰਜ ਕਬ ਤਰਾਸ ਨ ਹੋਈ। ਜੇ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਸ਼ੇਰਾਂ ਤੋਂ ਡਰ ਨਾ ਲੱਗੇ, ਮੇਰਾ ਸਰੀਰ ਤੰਦਰੁਸਤ ਰਵੇ, ਚੜ੍ਹਦੀ ਕਲਾ ਵਿੱਚ ਰਵਾਂ, ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਪ ਅਰਦਾਸ ਬੇਨਤੀ ਕਰੋ, ਤੁਹਾਨੂੰ ਕਦੇ ਵੀ ਡਰ ਨਹੀਂ ਲੱਗੇਗਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੇਠਾ ਸਾਹਿਬ ਜੀ ਨੇ ਮਾਨੋ ਕਿ ਜਿਹੜੇ ਸਨਮੁਖ ਗੁਰੂ ਦੇ ਸਿੱਖ ਆ, ਅਜਿਹੇ ਸਨਮੁਖ ਹੁੰਦਿਆਂ ਬੜੀ ਮਹਾਨ ਭੂਮਿਕਾ ਨਿਭਾਈ ਆ। ਬਾਦਸ਼ਾਹ ਜਦੋਂ ਇਹ ਬਚਨ ਸੁਣਦਾ ਹੈ ਤੇ ਇਸ ਡਰ ਤੋਂ ਬਚਣ ਵਾਸਤੇ ਵੀ ਸ਼ੇਰਾਂ ਦੀ ਮਾਰ ਤੋਂ ਬਚ ਜਾਵਾਂ, ਉਹਨੇ ਆਪਣਾ ਇੱਕ ਸਿਆਣਾ ਕਰਮਚਾਰੀ ਦਰਬਾਰੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਜਣਾ। ਭਾਈ ਵਜ਼ੀਰ ਖਾਂ ਵਰਗਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲੈ ਕੇ ਗਿਆ ਸੀ, ਉਹਨਾਂ ਨੂੰ ਬੇਨਤੀ ਕਰਨੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਦਸ਼ਾਹ ਵੱਲੋਂ ਬੇਨਤੀ ਆ, ਆਪ ਜੀ ਕਿਲੇ ਵਿੱਚੋਂ ਬਾਹਰ ਆ ਜਾਓ। ਵਜ਼ੀਰ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਆ। ਔਰ ਉਸ ਤੋਂ ਅੱਗੇ ਜਿਵੇਂ ਇਤਿਹਾਸ ਚੱਲੇਗਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜੇਠਾ ਸਾਹਿਬ ਜੀ ਨੂੰ ਇੱਕ ਬਚਨ ਕਹਿਣਾ ਵੀ ਅਜਰ ਨੂੰ ਜਰੀਦਾ। ਜੇ ਪਰਮਾਤਮਾ ਨੇ ਕੋਈ ਤਾਕਤ, ਕੋਈ ਭਗਤੀ ਸ਼ਕਤੀ ਬਖਸ਼ਿਸ਼ ਕੀਤੀ ਆ ਤੇ ਇਹੋ ਜਿਹੇ ਬਾਦਸ਼ਾਹ ਲੋਕਾਂ ਨੂੰ ਡਰਾਈਦਾ ਨਹੀਂ ਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਨਾ ਹੈ ਵੀ ਨਿਮਰਤਾ ਦੇ ਵਿੱਚ ਰਹਿਣਾ, ਰੱਬ ਦੀ ਰਜ਼ਾ ਵਿੱਚ ਰਹਿਣਾ, ਉਹਦੇ ਭਾਣੇ ਨੂੰ ਸਤ ਬਚਨ ਕਹਿ ਕੇ ਮੰਨਣਾ। ਪਰ ਭਾਈ ਜੇਠਾ ਸਾਹਿਬ ਜੀ ਨੇ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ ਆ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਸੋ ਬਾਕੀ ਇਤਿਹਾਸ ਆਪਾਂ ਇਸੇ ਤਰ੍ਹਾਂ ਲੜੀਵਾਰ ਸਰਵਣ ਕਰਦੇ ਰਵਾਂਗੇ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਸਾਰੀ